ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਇਹ ਮਿੱਠੀ ਬਾਣੀ ਹੈ। ਵਾਹਿਗੁਰੂ ਕਿਰਪਾ ਕਰੋ ਸੱਚੇ ਪਾਤਸ਼ਾਹ, ਆਪ ਹਿਰਦੇ ਵਿੱਚ ਬੈਠ ਕੇ ਬਾਣੀ ਦੀ ਵਿਚਾਰ ਦੀ ਸੇਵਾ ਲਓ। ਸੱਚੇ ਪਾਤਸ਼ਾਹ ਵਾਹਿਗੁਰੂ। ਸ੍ਰੀ ਰਾਗ ਮਹੱਲਾ ਤੀਜਾ। ਘਰ ਪਹਿਲਾ। ਜਿਸ ਕੀ ਹੀ ਸਰਕਾਰ ਹੈ, ਤਿਸ ਹੀ ਕਾ ਸਭ ਕੋਈ। ਗੁਰਮੁਖ ਕਾਰ ਕਮਾਵਣੀ, ਸੱਚ ਘਟ ਪ੍ਰਗਟ ਹੋਈ। ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਖਦੇ ਹਨ, ਭਾਈ ਜਿਸ ਕੀ ਹੀ ਸਰਕਾਰ ਹੈ, ਤਿਸ ਹੀ ਕਾ ਸਭ ਕੋਈ। ਮਹਾਰਾਜ ਜੀ, ਜਿਸ ਦੇਸ਼ ਵਿੱਚ ਜਿਸ ਬਾਦਸ਼ਾਹ ਦੀ ਹਕੂਮਤ ਹੋਵੇ, ਜਿਹੜਾ ਰਾਜਾ ਹੋਵੇ ਉਸ ਦੇਸ਼ ਦਾ, ਮਹਾਰਾਜਾ ਦੇ, ਤੇ ਹਰੇਕ ਜੀਵ ਉਸ ਬਾਦਸ਼ਾਹ ਦਾ ਹੁਕਮ ਮੰਨਦਾ ਹੈ। ਜਿਹਦੀ ਸਰਕਾਰ ਹੈ ਨਾ, ਹੁਣ ਸੰਗਤ ਜੀ ਵੇਖੋ, ਮੋਦੀ ਨੇ ਜਿਹੜੇ ਕਾਨੂੰਨ ਬਣਾਏ ਆ ਜਾਂ ਕੈਪਟਨ ਦੀ ਸਰਕਾਰ ਹੈ, ਇਹ ਸਰਕਾਰ ਦੇ ਕਾਨੂੰਨਾਂ ਦੀ ਆਪਾਂ ਨੂੰ ਪਾਲਣਾ ਕਰਨੀ ਪੈਂਦੀ ਹੈ। ਜੋ ਉਹਨੇ ਕਾਨੂੰਨ ਬਣਾਤਾ ਨਾ, ਤੇ ਉਹ ਆਪਾਂ ਨੂੰ ਮੰਨਣਾ ਹੀ ਪੈਂਦਾ ਹੈ ਜਨਤਾ ਨੂੰ। ਸੰਗਤ ਜੀ, ਜੋ ਬਾਦਸ਼ਾਹ ਹੈ, ਜੋ ਰਾਜਾ ਹੈ ਦੇਸ਼ ਦਾ, ਗੁਰਮੁਖ ਕਾਰ ਕਮਾਵਣੀ, ਸੱਚ ਘਟ ਪ੍ਰਗਟ ਹੋਈ। ਮਹਾਰਾਜਾ ਦੇ ਇਸੇ ਤਰ੍ਹਾਂ ਜਿਹੜਾ ਗੁਰੂ ਦੇ ਸਨਮੁਖ ਹੋ ਕੇ ਜੀਵ ਕਾਰ ਕਮਾਉਂਦੇ ਆ, ਭਾਵ ਕਿ ਗੁਰੂ ਨੂੰ ਆਪਣਾ ਸਭ ਕੁਝ ਮੰਨ ਕੇ ਉਹਦੇ ਨਾਮ ਦੀ ਕਮਾਈ ਕਰਦੇ ਨੇ, ਪਰਮਾਤਮਾ ਦੇ ਨਾਮ ਦੀ। ਗੁਰੂ ਦੇ ਸਨਮੁਖ ਹੋਵੇ, ਗੁਰਮੁਖ ਕਾਰ ਕਮਾਵਣੀ, ਗੁਰੂ ਦੀ ਮੱਤ ਤੇ ਚੱਲ ਕੇ ਜਿਹੜੀ ਕਾਰ ਕੀ ਕਮਾਉਂਦੇ ਆ, ਨਾਮ ਜਪਦੇ ਆ, ਭਾਵ ਗੁਰੂ ਦੀ ਮੱਤ ਤੇ ਚੱਲ ਕੇ ਕਮਾਈ ਕਰਦੇ। ਮਹਾਰਾਜ ਕਹਿੰਦੇ ਸੱਚ ਘਟ ਪ੍ਰਗਟ ਹੋਏ, ਤੇ ਫਿਰ ਉਹਨਾਂ ਦੇ ਹਿਰਦੇ ਵਿੱਚ ਮਹਾਰਾਜਾ ਦੇ ਉਹ ਪਰਮਾਤਮਾ ਵਾਹਿਗੁਰੂ ਪ੍ਰਭੂ ਪ੍ਰਗਟ ਹੋ ਜਾਂਦਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਮਹਾਰਾਜ ਦੱਸਦੇ ਸੰਗਤ ਜੀ ਵੀ ਜਿਹਦੀ ਸਰਕਾਰ, ਉਹਦਾ ਆਪਾਂ ਨੂੰ ਹੁਕਮ ਮੰਨਣਾ ਪੈਂਦਾ ਹੈ। ਹੁਣ ਆਪਾਂ ਗੁਰੂ ਨੂੰ ਆਪਣਾ ਬਾਦਸ਼ਾਹ ਕਹਿ ਲਓ ਤੇ ਹੁਕਮਰਾਨ ਕਹਿ ਲਓ, ਵੀ ਗੁਰੂ ਨੂੰ ਆਪਾਂ ਹੁਕਮਰਾਨ ਮੰਨ ਕੇ ਉਹਦੀ ਜਿਹੜੀ ਕਾਰ ਕਮਾਉਣੀ ਹੈ ਨਾ, ਵੀ ਉਹਦਾ ਹੁਕਮ ਮੰਨਣਾ, ਭਾਵ ਗੁਰੂ ਦਾ। ਜਦੋਂ ਗੁਰੂ ਦਾ ਆਪਾਂ ਹੁਕਮ ਮੰਨਾਂਗੇ, ਗੁਰੂ ਹੁਕਮ ਕੀ ਕਰਦੇ ਆ? ਨਾਮ ਸਿਮਰਨਾ, ਚੰਗੇ ਕੰਮ ਕਰਨੇ, ਨਾਮ ਦੀ ਕਮਾਈ ਕਰਨੀ। ਜਦੋਂ ਇਹ ਜੀਵ ਕਰਦਾ ਹੈ, ਫਿਰ ਮਹਾਰਾਜ ਕੀ ਕਹਿੰਦੇ? ਸੱਚ ਘਟ ਪ੍ਰਗਟ ਹੋਈ। ਤੇ ਫਿਰ ਉਹ ਸਦਾ ਥਿਰ ਪਰਮਾਤਮਾ ਉਹਦੇ ਘਟ ਸਰੀਰ ਦੇ ਵਿੱਚ ਮਹਾਰਾਜਾ ਦੇ ਪ੍ਰਗਟ ਹੋ ਜਾਂਦਾ ਹੈ। ਪਰਮਾਤਮਾ ਉਹਦੀ ਜੋਤ ਜਗਣ ਲੱਗ ਜਾਂਦੀ ਵਾਹਿਗੁਰੂ ਦੀ ਨਾਮ ਦੀ, ਉਹਨੂੰ ਸਮਝ ਆ ਜਾਂਦੀ ਹੈ ਜੀਵ ਨੂੰ। ਵਾਹਿਗੁਰੂ ਵਾਹਿਗੁਰੂ। ਅੰਤਰ ਜਿਸ ਕੇ ਸੱਚ ਵਸੇ, ਸੱਚੇ ਸੱਚੀ ਸੋਏ। ਸੱਚ ਮਿਲੇ ਸੇ ਨਾ ਵਿਛੜੇ, ਤਿੰਨ ਨਿਜ ਘਰ ਵਾਸਾ ਹੋਏ। ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿੰਦੇ ਅੰਤਰ ਜਿਸ ਕੇ ਸੱਚ ਵਸੇ। ਮਹਾਰਾਜ ਦੇ ਜਿਹੜੇ ਮਨੁੱਖਾਂ ਦੇ ਹਿਰਦੇ ਦੇ ਵਿੱਚ ਸੱਚ ਪਰਮਾਤਮਾ ਜਿਹੜਾ ਪ੍ਰਗਟ ਹੋ ਜਾਂਦਾ ਨਾ, ਉਹ ਫਿਰ ਸਦਾ ਥਿਰ ਪਰਮਾਤਮਾ ਦਾ, ਪ੍ਰਭੂ ਦਾ ਰੂਪ ਹੋ ਜਾਂਦੇ ਨੇ, ਤੇ ਉਹ ਸਦਾ ਉਹਦੇ ਨਾਲ ਸੋਭਾ ਪਾਉਂਦੇ ਨੇ ਸਾਰੀ ਜ਼ਿੰਦਗੀ। ਸੰਗਤ ਜੀ, ਉਹਨਾਂ ਜੀਵਾਂ ਦੀ ਸੋਭਾ ਹੁੰਦੀ ਹੈ ਉਹ ਜਦੋਂ ਸੱਚੇ ਪਰਮਾਤਮਾ ਦੇ ਨਾਲ ਜਿਹੜੇ ਜੁੜ ਜਾਂਦੇ ਆ, ਜਦੋਂ ਉਹਨਾਂ ਦੇ ਅੰਦਰ ਕੀ ਪਰਮਾਤਮਾ ਪ੍ਰਗਟ ਹੋ ਜਾਂਦਾ, ਜਦੋਂ ਉਹ ਗੁਰੂ ਦੀ ਕਾਰ ਕਮਾਉਂਦੇ ਆ, ਮਹਾਰਾਜ ਕਹਿੰਦੇ, ਤੇ ਫਿਰ ਉਹਨਾਂ ਦੇ ਅੰਦਰ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ। ਜਾਂ ਅੰਤਰ ਜਿਸ ਕੇ ਸੱਚ ਵਸੇ, ਸੱਚੇ ਸੱਚੀ ਸੋਏ। ਜਿਨ੍ਹਾਂ ਦੇ ਅੰਦਰ ਮਹਾਰਾਜਾ ਦੇ ਉਹ ਪਰਮਾਤਮਾ ਜਿਹੜਾ ਵਸ ਜਾਂਦਾ ਹੈ। ਜਿੰਨੀ ਦੇਰ ਸੰਗਤ ਜੀ ਆਪਾਂ ਉਸ ਗੁਰੂ ਦੇ ਦੱਸੇ ਰਸਤੇ ਤੇ ਨਹੀਂ ਚੱਲਦੇ, ਗੁਰੂ ਦੀ ਕਾਰ ਨਹੀਂ ਕਮਾਉਂਦੇ, ਤਾਂ ਉਨੀ ਦੇਰ ਜੀਵ ਦਾ ਭਲਾ ਨਹੀਂ ਹੋ ਸਕਦਾ, ਉਹਦਾ ਪਰਮਾਤਮਾ ਦੇ ਨਾਲ ਮੇਲ ਨਹੀਂ ਹੋ ਸਕਦਾ ਜੀਵ ਦਾ, ਭਾਵੇਂ ਉਹ ਕਿੰਨੀਆਂ ਹੋਰ ਵਿਧੀਆਂ ਕਰ ਲਵੇ। ਕਿਉਂਕਿ ਸੰਗਤ ਜੀ ਜਿਹੜਾ ਮਨ ਆਪਣਾ ਮੈਲਾ, ਬਹੁਤ ਮੈਲਾ ਹੈ, ਇਹ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹਦਾ ਸਿਮਰਨ ਕਰਕੇ ਫਿਰ ਹੀ ਇਹਨੇ ਨਿਰਮਲ ਹੋਣਾ ਹੈ। ਤੇ ਉਹ ਪਰਮਾਤਮਾ ਜਿਹੜਾ ਉਹ ਨਿਰਮਲ ਹੈ, ਤੇ ਨਿਰਮਲ ਹੋ ਕੇ ਹੀ ਉਸ ਨਿਰਮਲ ਨੂੰ ਮਿਲਿਆ ਜਾ ਸਕਦਾ ਨਾ। ਮਨ ਨੂੰ ਪਵਿੱਤਰ ਕਰਨਾ, ਗੁਰੂ ਦੇ ਸ਼ਬਦ ਦੀ ਆਰਾਧਨਾ ਕਰਨੀ ਹੈ, ਜੋ ਗੁਰੂ ਸਾਹਿਬ ਆਪਾਂ ਨੂੰ ਕਹਿੰਦੇ ਹੈ, ਜਿਸ ਰਸਤੇ 'ਤੇ ਚੱਲਣ ਵਾਸਤੇ ਆਪਾਂ ਨੂੰ ਮਹਾਰਾਜ ਕਹਿੰਦੇ, ਜੇ ਆਪਾਂ ਉਸ ਰਸਤੇ 'ਤੇ ਚੱਲਾਂਗੇ ਫਿਰ ਹੀ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਨਾ। ਵਾਹਿਗੁਰੂ। ਮਨ ਮੈਲਾ ਸੱਚ ਨਿਰਮਲਾ, ਕਿਉਂ ਕਰ ਮਿਲਿਆ ਜਾਏ। ਪਰਮਾਤਮਾ ਤਾਂ ਨਿਰਮਲ ਹੈ, ਸੱਚ ਹੈ, ਤੇ ਮਨ ਮੈਲਾ ਹੈ। ਮਹਾਰਾਜ ਕਹਿੰਦੇ ਫਿਰ ਮਨ ਮੈਲਾ ਜਿਹੜਾ ਉਹ ਸਹੀ ਕਿਵੇਂ ਹੋਊਗਾ, ਸੁੱਚਾ ਕਿਵੇਂ ਹੋਊਗਾ ਮਨ।
ਉਹ ਪ੍ਰਮਾਤਮਾ ਦੇ ਨਾਮ ਵਿੱਚ ਗੁਰੂ ਦੇ ਦੱਸੇ ਰਸਤੇ 'ਤੇ ਚੱਲ ਕੇ ਗੁਰੂ ਦੀ ਕਾਰ ਕਮਾ ਕੇ ਫਿਰ ਜੀਵ ਪ੍ਰਮਾਤਮਾ ਨੂੰ ਮਿਲ ਸਕਦਾ, ਫਿਰ ਉਹਦਾ ਮਨ ਨਿਰਮਲ ਹੋ ਸਕਦਾ। ਜੇ ਉਹ ਨਿਰਮਲ ਹੋਊਗਾ ਤਾਂ ਹੀ ਉਸ ਨਿਰਮਲ ਪ੍ਰਮਾਤਮਾ ਨੂੰ ਜੀਵ ਮਿਲ ਸਕਦਾ ਹੈ। ਸੱਚ ਮਿਲੇ ਸੇ ਨਾ ਵਿਛੜੇ ਤਿਨ ਨਿਜ ਘਰ ਵਾਸਾ ਹੋਏ। ਮਹਾਰਾਜ ਕਹਿੰਦੇ ਫਿਰ ਜਿਹੜਾ ਜੀਵ ਉਸ ਪਰਮਾਤਮਾ ਦੇ ਵਿੱਚ ਜੁੜ ਜਾਂਦਾ ਹੈ ਉਹ ਫਿਰ ਕਦੇ ਉਸ ਤੋਂ ਵਿਛੜਦਾ ਨਹੀਂ। ਉਹਦਾ ਨਿਵਾਸ ਸਦਾ ਆਪਣੇ ਅੰਤਰਾਤਮੇ ਵਿੱਚ ਹੀ ਰਹਿੰਦਾ ਹੈ। ਜੋ ਜੀਵ ਇੱਕ ਵਾਰੀ ਪਰਮਾਤਮਾ ਦਾ ਭਗਤ ਬਣ ਜਾਂਦਾ ਸੰਗਤ ਜੀ, ਉਹ ਦੁਬਾਰਾ ਵਿਕਾਰੀ ਨਹੀਂ ਹੁੰਦਾ, ਉਹ ਫਿਰ ਭਗਤ ਹੀ ਰਹਿੰਦਾ। ਕਿਉਂਕਿ ਪਰਮਾਤਮਾ ਦਾ ਨਾਮ ਜਿਹੜਾ ਐਸਾ ਹੈ, ਜਦੋਂ ਜੀਵ ਦੇ ਅੰਦਰ ਵਸ ਜਾਂਦਾ ਨਾ, ਉਹਦਾ ਮਨ ਇੰਨਾ ਪਵਿੱਤਰ ਹੋ ਜਾਂਦਾ, ਦੁਨੀਆ ਦੇ ਵਿਕਾਰ ਉਹਦਾ ਕੁਛ ਨਹੀਂ ਵਿਗਾੜ ਸਕਦੇ। ਵਾਹਿਗੁਰੂ 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 ਸੱਚੇ ਪਾਤਸ਼ਾਹ। ਉਸ ਦਾ ਮਨ ਫਿਰ ਪਰਮਾਤਮਾ ਦੇ ਨਾਲ ਹਰ ਵੇਲੇ ਜੁੜਿਆ ਰਹਿੰਦਾ ਸੰਗਤ ਜੀ, ਜੁੜਿਆ ਰਹਿੰਦਾ। ਜੈ ਕੀਰਤਨ ਤੇਰਾ ਸਾਧੂ ਗਾਵੇ ਤੈ ਮੇਰਾ ਮਨ ਲੱਗਾ। ਫਿਰ ਉਹਦਾ ਮਨ ਬਸ ਪਰਮਾਤਮਾ ਦੇ ਨਹੀਂ, ਜਿੱਥੇ ਵਾਹਿਗੁਰੂ ਦਾ ਨਾਮ ਹੈ ਨਾ ਉੱਥੇ ਉਹਦਾ ਮਨ ਟਿਕ ਜਾਂਦਾ ਹੈ। ਉਹਦੇ ਨਾਲੋਂ ਅਲੱਗ ਨਹੀਂ ਹੋ ਸਕਦਾ ਕਦੇ ਵੀ। ਹਰ ਵੇਲੇ ਉਹਨੂੰ ਪਰਮਾਤਮਾ ਦਾ ਨਾਮ ਜਿਹੜਾ ਉਹ ਮਿੱਠਾ ਲੱਗਦਾ ਹੈ। ਵਾਹਿਗੁਰੂ ਵਾਹਿਗੁਰੂ ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਈ, ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਈ ਰਹਾਉ। ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਈ। ਮਹਾਰਾਜ ਦੇ ਹੀ ਮੇਰੇ ਪਰਮਾਤਮਾ, ਮੇਰੇ ਰਾਮ, ਮੇਰੇ ਵਾਹਿਗੁਰੂ, ਮੇਰੇ ਰਾਮ ਤੇਰੇ ਤੋਂ ਬਿਨਾ ਮੇਰਾ ਕੋਈ ਆਸਰਾ ਨਹੀਂ। ਹਰੀ ਤੋਂ ਬਿਨਾ ਜੀਵ ਦਾ ਕੋਈ ਵੀ ਆਸਰਾ ਨਹੀਂ। ਕੋਈ ਸੰਗਤ ਜੀ ਕੋਈ ਬਾਂਹ ਨਹੀਂ ਫੜਦਾ। ਇਹ ਦੁਨੀਆ ਦੀ ਸ਼ੋਭਾ ਦਾ ਚਾਰ ਦਿਹਾੜੇ ਹੈ। ਇਹ ਸ਼ੋਹਰਤਾਂ, ਇਹ ਵਡਿਆਈਆਂ, ਇਹ ਮਾਇਆ, ਇਹ 4 ਦਿਨ ਦੀ ਖੇਡ ਹੈ। ਮਹਾਰਾਜ ਕਹਿੰਦੇ ਭਾਈ ਬਾਂਹ ਤਾਂ ਉਸ ਪਰਮਾਤਮਾ ਨੇ ਫੜਨੀ ਹੈ, ਉਸ ਨਾਮ ਨੇ ਫੜਨੀ ਹੈ ਜੀਵ ਦੀ ਅੰਤ ਤੱਕ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਗਲੇ ਜਨਮ ਵਿੱਚ ਵੀ ਸੰਗਤ ਜੀ, ਅਗਲੀ ਅਵਸਥਾ ਦੇ ਵਿੱਚ ਵੀ ਉਸ ਪਰਮਾਤਮਾ ਨੇ ਹੀ ਬਾਂਹ ਫੜਨੀ ਹੈ ਤੇ ਜੀਵ ਉਸ ਨਾਮ ਨੂੰ ਛੱਡ ਕੇ ਵਿਕਾਰਾਂ ਦੇ ਵਿੱਚ ਹੀ ਲੱਗਿਆ ਰਹਿੰਦਾ। ਵਾਹਿਗੁਰੂ 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 ਵਾਹਿਗੁਰੂ। ਮਨ ਹਰ ਵੇਲੇ ਮਹਾਰਾਜ ਕਹਿੰਦੇ ਵਿਕਾਰਾਂ ਦੇ ਵਿੱਚ ਹੀ ਲੱਗਿਆ ਰਹਿੰਦਾ। ਪਰ ਪਰਮਾਤਮਾ ਤੋਂ ਬਿਨਾਂ ਜੀਵ ਦਾ ਕੋਈ ਵੀ ਆਸਰਾ ਨਹੀਂ, ਕੋਈ ਵੀ ਰਾਖਾ ਨਹੀਂ। ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ। ਮਹਾਰਾਜ ਦੇ ਸਤਿਗੁਰ ਸੱਚ ਪ੍ਰਭ ਨਿਰਮਲਾ। ਉਹ ਪਰਮਾਤਮਾ ਦੇ ਮਿਲਾਪ ਨਾਲ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਹੀ ਹੋ ਸਕਦਾ। ਮਹਾਰਾਜ ਕਹਿੰਦੇ ਜੋ ਪਵਿੱਤਰ ਸਰੂਪ ਹੈ ਤੇ ਜੋ ਸਦਾ ਥਿਰ ਪ੍ਰਭੂ ਦਾ ਰੂਪ ਹੈ ਨਾ, ਉਹ ਪ੍ਰਭੂ ਦੇ ਮਿਲਾਪ ਨਾਲ ਗੁਰੂ ਦੇ ਸ਼ਬਦ ਦੇ ਵਿੱਚ ਜੁੜ ਕੇ ਹੀ ਜੀਵ ਇਹ ਅਵਸਥਾ ਪ੍ਰਾਪਤ ਕਰ ਸਕਦਾ ਹੈ। ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ। ਆਪਣਾ ਫਿਰ ਮਿਲਾਪ ਉਸ ਪਰਮਾਤਮਾ ਦੇ ਨਾਲ ਕਿਵੇਂ ਹੋਊਗਾ? ਮਹਾਰਾਜ ਕਹਿੰਦੇ ਸ਼ਬਦ ਦੇ ਨਾਲ। ਸ਼ਬਦ ਦੇ ਨਾਲ ਮਿਲ ਕੇ ਸੰਗਤ ਜੀ, ਸ਼ਬਦ ਮਰੋ ਫਿਰ ਜੀਵੋ ਸਦ ਹੀ ਬਹੁਰ ਮਰਨ ਨਾ ਹੋਈ। ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ। ਪਰਮਾਤਮਾ ਦਾ ਨਾਮ ਜਿਹੜਾ ਮਿੱਠਾ ਹੈ ਨਾ, ਇਹ ਸ਼ਬਦ ਵਿੱਚ ਜੁੜਿਆ ਜੀਵ ਨੂੰ ਮਿਲਦਾ ਹੈ। ਤੇ ਕੋਈ ਮਹਾਰਾਜ ਕਹਿੰਦੇ ਸ਼ਬਦ ਦੀ ਟੇਕ ਨਾਲ ਪਰਮਾਤਮਾ ਤੱਕ ਪਹੁੰਚਦਾ ਹੈ। ਵਾਹਿਗੁਰੂ ਵਾਹਿਗੁਰੂ। ਸ਼ਬਦ ਨਾਲ ਜੁੜਿਆ ਸੰਗਤ ਜੀ, ਸ਼ਬਦ ਦੀ ਵਿਚਾਰ ਕੀਤਿਆਂ, ਸ਼ਬਦ ਦੀ ਆਰਾਧਨਾ ਕੀਤਿਆਂ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕੀਤਿਆਂ ਫਿਰ ਜੀ ਪਰਮਾਤਮਾ ਨਾਲ ਜੁੜਦਾ। ਹੋਰ ਕੋਈ ਵਿਧੀ ਨਹੀਂ ਸੰਗਤ ਜੀ। ਪਰ ਮਹਾਰਾਜ ਕਹਿੰਦੇ ਫਿਰ ਉਹ ਜੀਵ ਹੈ ਜਿਹੜਾ ਜਦੋਂ ਸ਼ਬਦ ਨਾਲ ਜੁੜ ਜਾਂਦਾ ਹੈ, ਫਿਰ ਪਰਮਾਤਮਾ ਦਾ ਉਹ ਪਵਿੱਤਰ ਸਰੂਪ ਬਣ ਜਾਂਦਾ ਹੈ। ਵਾਹਿਗੁਰੂ ਵਾਹਿਗੁਰੂ। ਸ਼ਬਦ ਮਿਲੇ ਸੋ ਮਿਲ ਰਹੇ ਜਿਸ ਨੌ ਆਪੇ ਲੈ ਮਿਲਾਏ। ਮਹਾਰਾਜ ਜਿਹੜਾ ਜੀਵ ਹੈ ਨਾ ਗੁਰੂ ਦੇ ਸ਼ਬਦ ਵਿੱਚ ਜੁੜਦਾ, ਉਹ ਪ੍ਰਭੂ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਪਰ ਉਹੀ ਮਨੁੱਖ ਮਿਲਦਾ ਹੈ ਜਿਸ ਨੂੰ ਪਰਮਾਤਮਾ ਆਪ ਆਪਣੇ ਚਰਨਾਂ ਨਾਲ ਮਿਲਾਉਂਦਾ। ਉਹੀ ਉਸ ਪਰਮਾਤਮਾ ਨੂੰ ਮਿਲ ਸਕਦਾ ਜਿਹਨੂੰ ਪਰਮਾਤਮਾ ਆਪ ਮਿਲਾਉਂਦਾ ਹੈ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜਦਾ ਹੈ, ਸ਼ਬਦ ਦੇ ਰਾਹੀਂ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਜਾ ਸਕਦਾ ਸੰਗਤ ਜੀ। ਹੋਰ ਪਰਮਾਤਮਾ ਦੇ ਚਰਨ ਕੋਈ ਆਪਾਂ ਦੇਖ ਨਹੀਂ ਸਕਦੇ ਇਹਨਾਂ ਅੱਖਾਂ ਦੇ ਨਾਲ।
ਆਪਾਂ ਸਿਰਫ ਉਸ ਪਰਮਾਤਮਾ ਨਾਲ ਜਦੋਂ ਵੀ ਜੁੜਨਾ, ਸ਼ਬਦ ਦੀ ਟੇਕ ਨਾਲ ਜੁੜਨਾ ਹੈ। ਸ਼ਬਦ ਦੇ ਵਿੱਚ ਜੁੜ ਕੇ ਹੀ ਉਸ ਪਰਮਾਤਮਾ ਨੂੰ ਜੁੜਿਆ ਜਾ ਸਕਦਾ, ਕਿਉਂਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸੁਰਤ ਨੂੰ ਇਸ ਸ਼ਬਦ ਦੀ ਚੇਲਾ ਬਣਾਉਣਾ ਹੈ। ਜਿਹੜੀ ਆਪਣੀ ਸੁਰਤ ਹੈ ਨਾ ਸੰਗਤ ਜੀ, ਇਸ ਸ਼ਬਦ ਦੇ ਆਲੇ ਦੁਆਲੇ ਰਹਿਣੀ ਚਾਹੀਦੀ ਹੈ। ਜਿਵੇਂ ਚੇਲੇ ਗੁਰੂ ਦੇ ਨਾਲ ਰਹਿੰਦੇ ਆ ਨਾ, ਹਰ ਵੇਲੇ ਉਹਦੇ ਚਰਨਾਂ 'ਚ ਰਹਿੰਦੇ, ਇਵੇਂ ਆਪਣੀ ਸੁਰਤ ਉਸ ਪਰਮਾਤਮਾ ਦੇ ਚਰਨਾਂ ਵਿੱਚ, ਭਾਵ ਸ਼ਬਦ ਦੇ ਚਰਨਾਂ ਵਿੱਚ। ਸ਼ਬਦ ਕੀ ਹੈ? ਵਾਹਿਗੁਰੂ ਵਾਹਿਗੁਰੂ, ਗੁਰੂ ਦੀ ਵਿਚਾਰ, ਬਾਣੀ ਦੀ ਵਿਚਾਰ, ਇਹਦੇ ਵਿੱਚ ਸੁਰਤ ਰਹਿਣੀ ਚਾਹੀਦੀ ਹੈ ਹਰ ਵੇਲੇ। ਫਿਰ ਉਸ ਪਰਮਾਤਮਾ ਦੇ ਨਾਲ ਜੀ ਮਿਲ ਸਕਦਾ ਹੈ। ਵਾਹਿਗੁਰੂ ਵਾਹਿਗੁਰੂ। ਸੰਗਤ ਜੀ, ਪਰਮਾਤਮਾ ਵੇਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿੰਨਾ ਸੌਖਾ ਰਸਤਾ ਆਪਾਂ ਨੂੰ ਦੱਸ ਰਹੇ ਨੇ, ਬਿਲਕੁਲ ਖੋਲ ਕੇ। ਸੰਗਤ ਜੀ, ਬਿਲਕੁਲ ਆਪਾਂ ਨੂੰ ਐ ਨਿਖਾਰ ਕੇ ਦੱਸ ਰਹੇ ਨੇ ਵੀ ਜੀਵ ਤੂੰ ਐਸ ਰਸਤੇ ਤੇ ਚੱਲੇਗਾ ਤਾਂ ਤੇਰਾ ਪਰਮਾਤਮਾ ਦੇ ਨਾਲ ਮੇਲ ਹੋਣਾ। ਹੁਣ ਚੱਲਣਾ ਤਾਂ ਸੰਗਤ ਜੀ ਜੀਵ ਨੇ ਆ ਨਾ ਰਸਤੇ ਤੇ। ਪਰਮਾਤਮਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਾਂ ਨੂੰ ਰਸਤਾ ਦੱਸ ਰਹੇ ਨੇ, ਤੇ ਜੇ ਆਪਾਂ ਉਸ ਰਸਤੇ ਤੇ ਨਾ ਚੱਲਾਂਗੇ ਸੰਗਤ ਜੀ, ਫਿਰ ਪਰਮਾਤਮਾ ਦੇ ਨਾਲ ਆਪਣਾ ਮੇਲ ਕਿਵੇਂ ਹੋਊਗਾ, ਆਪਾਂ ਨੂੰ ਕਿਵੇਂ ਪਾਵਾਂਗੇ। ਵਾਹਿਗੁਰੂ ਵਾਹਿਗੁਰੂ। ਦੂਜੇ ਭਾਈ ਕੋ ਨਾ ਮਿਲੇ, ਫਿਰ ਆਵੈ ਜਾਏ। ਮਹਾਰਾਜ ਦਵੈਸ਼ ਭਾਅ ਦੇ ਵਿੱਚ ਲੱਗ ਕੇ, ਇੱਕ ਪਰਮਾਤਮਾ ਨੂੰ ਛੱਡ ਕੇ ਹੋਰ ਸਾਰੀ ਜੋ ਵੀ ਹੈ ਮਾਇਆ, ਮਹਾਰਾਜ ਇਹਦੇ ਵਿੱਚ ਲੱਗ ਕੇ ਪਰਮਾਤਮਾ ਜੀਵ ਨੂੰ ਨਹੀਂ ਮਿਲਦਾ। ਫਿਰ ਆਵੈ ਜਾਏ, ਤੇ ਫਿਰ ਜੀਵ ਨੂੰ ਕੀ ਹੁੰਦਾ? ਉਹ ਵਾਰੀ ਜੂਨਾਂ ਦੇ ਵਿੱਚ ਆਈ ਜਾਂਦਾ, ਜਨਮ ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ। ਉਹਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਜੀਵ ਨੂੰ, ਜਦੋਂ ਤੱਕ ਮਾਇਆ ਦੇ ਵਿੱਚ ਉਹ ਲੱਗਿਆ ਰਹਿੰਦਾ, ਉਲਝਿਆ ਰਹਿੰਦਾ ਦੁਨੀਆ ਦੇ ਵਿੱਚ, ਮੋਹ ਮਾਇਆ ਦੇ ਵਿੱਚ, ਵਿਕਾਰਾਂ ਦੇ ਵਿੱਚ ਜੀਵ ਲੱਗ ਜਾਂਦਾ, ਉਨੀ ਦੇਰ ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦਾ ਸੰਗਤ ਜੀ, ਭਾਵੇਂ ਕਿਵੇਂ ਵੀ ਕਰ ਲਵੇ ਜੀਵ। ਫਿਰ ਉਹਨੂੰ 84 ਦਾ ਚੱਕਰ ਜਿਹੜਾ ਮਹਾਰਾਜ ਦੇ ਪਿਆ ਹੀ ਰਹਿੰਦਾ ਹੈ। ਵਾਹਿਗੁਰੂ ਸਭ ਮੈਂ ਇੱਕ ਵਰਤਦਾ, ਇੱਕੋ ਰਿਹਾ ਸਮਾਏ, ਜਿਸਨੂੰ ਆਪ ਦਿਆਲ ਹੋਏ, ਸੋ ਗੁਰਮੁਖ ਨਾਮ ਸਮਾਏ। ਸਭ ਮੈਂ ਇੱਕ ਵਰਤਦਾ, ਇੱਕੋ ਰਿਹਾ ਸਮਾਏ। ਮਹਾਰਾਜ ਦੇ ਸਾਰੇ ਜੀਵਾਂ ਦੇ ਵਿੱਚ ਉਹ ਪਰਮਾਤਮਾ ਜਿਹੜਾ ਵਸਦਾ ਹੈ ਤੇ ਹਰ ਥਾਂ ਮੌਜੂਦ ਹੈ, ਸਾਰੇ ਜੀਵਾਂ 'ਚ ਵਸਦਾ ਹੈ। ਵਾਹਿਗੁਰੂ ਵਾਹਿਗੁਰੂ। ਤੇ ਸੰਗਤ ਜੀ, ਸਾਰੇ ਜੀਵਾਂ ਆਪਣੇ ਵਿੱਚ ਵੀ ਅੰਦਰ ਵਸਦਾ, ਤੇ ਆਪਾਂ ਨੂੰ ਕਿਉਂ ਨਹੀਂ ਮਹਿਸੂਸ ਹੁੰਦਾ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੱਲ ਫੇਰ ਸੰਗਤ ਜੀ ਉੱਥੇ ਮਨ ਮੈਲਾ ਸੱਚ ਨਿਰਮਲਾ ਕਿਉਂ ਕਰ। ਮਨ ਮੈਲਾ ਨਾ, ਇਸੇ ਕਰਕੇ ਆਪਾਂ ਉਸ ਪਰਮਾਤਮਾ ਨੂੰ ਅੰਦਰ ਬੈਠੇ ਨੂੰ ਵੀ ਨਹੀਂ ਵੇਖ ਸਕਦੇ। ਅੰਦਰ ਆਪਣੇ ਵਸ ਰਿਹਾ, ਉਹਦੀ ਜੋਤ ਵੀ ਜਗ ਰਹੀ ਹੈ ਸੰਗਤ ਜੀ, ਪਰ ਆਪਾਂ ਨੂੰ ਕਿਉਂਕਿ ਵਿਕਾਰਾਂ ਦਾ ਹਨੇਰਾ ਹੀ ਅੰਦਰ ਇੰਨਾ ਹੋਇਆ ਪਿਆ, ਆਪਾਂ ਨੂੰ ਪਰਮਾਤਮਾ ਦਿਸ ਹੀ ਨਹੀਂ ਰਿਹਾ। ਵਾਹਿਗੁਰੂ 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 ਵਾਹਿਗੁਰੂ। ਆਪਾਂ ਤਾਂ ਕਿਤੇ ਦੂਰ ਸਮਝਦੇ ਹਾਂ ਪਰਮਾਤਮਾ, ਪਤਾ ਨਹੀਂ, ਕਦੇ ਕੋਈ ਜਿਵੇਂ ਆਪਾਂ ਗੱਲ ਕਰਦੇ ਹਾਂ, ਕਦੇ ਪਤਾ ਨਹੀਂ, ਮੈਨੂੰ ਤਾਂ ਪਤਾ ਨਹੀਂ, ਉੱਪਰ ਵਾਲੇ ਨੂੰ ਪਤਾ, ਵੀ ਉੱਪਰ ਹੱਥ ਕਰਦੇ ਨੇ ਵੀ ਉੱਪਰ ਬੈਠਾ ਪਰਮਾਤਮਾ। ਪਰ ਮਹਾਰਾਜ ਕਹਿੰਦੇ ਨਹੀਂ ਭਾਈ, ਉਹ ਸਾਰੇ ਜੀਵਾਂ 'ਚ ਵਸਦਾ ਹੈ। ਸਭ ਮੈਂ ਇੱਕ ਵਰਤਦਾ, ਇੱਕੋ ਰਿਹਾ ਸਮਾਈ। ਸਾਰਿਆਂ ਦੇ ਵਿੱਚ ਉਸ ਮੌਜੂਦ ਹੈ, ਜਿਸ ਨੂੰ ਆਪ ਦਿਆਲ ਹੋਏ, ਸੋ ਗੁਰਮੁਖ ਨਾਮ ਸਮਾਈ। ਮਹਾਰਾਜ ਦੇ ਜਿਹਦੇ ਤੇ ਉਹ ਦਇਆ ਕਰਦਾ ਨਾ, ਹੁਣ ਪਰਮਾਤਮਾ ਜਿਹਦੇ ਤੇ ਗੁਰੂ ਦਇਆ ਕਰਦਾ ਨਾ, ਫਿਰ ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਨਾਮ ਵਿੱਚ ਲੀਨ ਹੁੰਦਾ ਹੈ। ਜਿਸ ਉੱਤੇ ਪ੍ਰਭੂ ਦਇਆਵਾਨ ਹੋਵੇ, ਉਹੀ ਨਾਮ ਜਪ ਸਕਦਾ। ਵਾਹਿਗੁਰੂ ਵਾਹਿਗੁਰੂ। ਜਿਹਦੇ ਤੇ ਪਰਮਾਤਮਾ, ਫਿਰ ਜੀਵਾਂ ਦੇ ਵੱਸ ਹੀ ਨਹੀਂ ਕੁਛ ਰਹਿ ਜਾਂਦਾ। ਵਾਹਿਗੁਰੂ ਸੱਚੇ ਪਾਤਸ਼ਾਹ, ਫਿਰ ਸਾਡੇ ਕੀ ਵੱਸ ਹੈ ਦਾਤਿਆ, ਤੁਸੀਂ ਆਪ ਕਿਰਪਾ ਕਰੋ ਸੱਚੇ ਪਾਤਸ਼ਾਹ। ਜਦੋਂ ਸਾਡੇ ਵੱਸ ਹੀ ਕੁਛ ਨਹੀਂ ਵਾਹਿਗੁਰੂ, ਸਭ ਕੁਛ ਤੇਰੇ ਵੱਸ, ਤੇਰਾ ਘਰ ਭਲਾ ਵਾਹਿਗੁਰੂ, ਸਾਰਾ ਕੁਛ ਤੇਰੇ ਵੱਸ ਹੈ ਮਾਲਕਾ। ਫਿਰ ਅਸੀਂ ਜੀਵ ਕੀ ਕਰ ਸਕਦੇ ਵਾਹਿਗੁਰੂ? ਅਸੀਂ ਤਾਂ ਤੇਰੇ ਹੱਥਾਂ ਦੀਆਂ ਕਠਪੁਤਲੀਆਂ ਵਾਹਿਗੁਰੂ। ਅਸੀਂ ਆਪਣੀ ਅਕਲ ਨਾਲ, ਆਪਣੀ ਸਮਝ ਨਾਲ ਕੁਛ ਨਹੀਂ ਕਰ ਸਕਦੇ ਵਾਹਿਗੁਰੂ। ਤੁਸੀਂ ਕਿਰਪਾ ਕਰੋ, ਦਇਆ ਕਰੋ, ਰਹਿਮ ਕਰੋ, ਬਖਸ਼ਿਸ਼ ਕਰੋ ਵਾਹਿਗੁਰੂ। ਆਪਣੇ ਨਾਮ ਦੇ ਨਾਲ ਜੋੜੋ ਸੱਚੇ ਪਾਤਸ਼ਾਹ। ਪੜ ਪੰਡਤ ਜੋਤ ਕੀ ਬਾਤ ਕਰੇ ਵਿਚਾਰ। ਵਾਹਿਗੁਰੂ ਮਤ ਬੁੱਧ ਭਵੀ ਨਾ ਬੁੱਝਈ, ਅੰਤਰ ਲੋਭ ਵਿਕਾਰ। ਮਹਾਰਾਜ ਜੀ ਕਹਿੰਦੇ ਜਿੰਨੇ ਆ ਪੰਡਤ ਹੈ, ਜੋਤਸ਼ੀ ਲੋਕ ਆ, ਸ਼ਾਸਤਰ ਪੜ੍ਹਨ ਵਾਲੇ, ਸ਼ਾਸਤਰ ਪੜ੍ਹ ਕੇ, ਵੇਦ ਸ਼ਾਸਤਰ ਪੜ੍ਹ ਕੇ ਕਹਿੰਦੇ ਬਹਿਸਾਂ ਕਰਦੇ ਆ, ਵਿਚਾਰ ਕਰਦੇ ਆ,
ਆ ਵੀ ਆਹ ਚੀਜ਼ ਚੰਗੀ ਆ ਮਾੜੀ ਆ, ਆਹ ਚੀਜ਼ ਕਰਨ ਨਾਲ ਪੁੰਨ ਨਾਲ ਸਵਰਗ 'ਚ ਚਲਾ ਜਾਂਦਾ, ਇਹਦੇ ਕਰਨ ਨਾਲ ਜੀਵ ਨਰਕਾਂ 'ਚ ਜਾਂਦਾ। ਬਸ ਇਹ ਹੀ ਮਹਾਰਾਜ ਕਹਿੰਦੇ ਪਰਮਾਤਮਾ ਦੇ ਨਾਮ ਬਾਰੇ ਨਹੀਂ ਦੱਸਦੇ। ਇਹ ਪੁੰਨ ਪਾਪ ਤੇ ਇਹਨਾਂ ਬਹਿਸਾਂ ਦੇ ਵਿੱਚ ਹੀ ਪਏ ਰਹਿੰਦੇ ਜਿਹੜੇ ਵੇਦ ਸ਼ਾਸਤਰ ਹੈ। ਮੱਤ ਬੁੱਧ ਭਵੀ ਨਾ ਬੁੱਝੀ ਅੰਤਰ ਲੋਭ ਵਿਕਾਰ। ਮਹਾਰਾਜ ਕਹਿੰਦੇ ਫਿਰ ਉਹਨਾਂ ਦੀ ਮੱਤ ਹੈ ਨਾ ਜਿਹੜੀ ਅਕਲ ਉਹ ਕਿਰਾਏ ਪੈ ਜਾਂਦੀ, ਭਵੀ ਮੈਨੇ ਉਹ ਉਲਟ ਜਾਂਦੀ, ਭੌਂ ਜਾਂਦੀ ਬੁੱਧੀ ਉਹਨਾਂ ਦੀ। ਮੱਤ ਬੁੱਧ ਭਵੀ ਨਾ ਬੁੱਝਈ। ਮਹਾਰਾਜ ਜੀ ਉਹਨਾਂ ਦੀ ਜਿਹੜੀ ਮੱਤ ਹੈ ਨਾ ਉਹ ਕਿਰਾਏ ਪੈ ਜਾਂਦੀ, ਭੌਂ ਜਾਂਦੀ ਆ ਪਰਮਾਤਮਾ ਵਾਲੇ ਪਾਸਿਓਂ ਭੌਂ ਕੇ ਉਹ ਦੁਨੀਆ ਦੇ ਨਾਲ ਮੱਤ ਜਿਹੜੀ ਉਹਨਾਂ ਦੀ ਲੱਗ ਜਾਂਦੀ। ਅੰਤਰ ਲੋਭ ਵਿਕਾਰ। ਮਹਾਰਾਜ ਫਿਰ ਇਸ ਤਰ੍ਹਾਂ ਉਹਨਾਂ ਦੀਆਂ ਜਦੋਂ ਸਹੀ ਰਸਤੇ 'ਤੇ ਨਹੀਂ ਪੈਂਦੇ, ਬੁੱਧ ਉਹਨਾਂ ਦੀ ਵਿਗੜ ਜਾਂਦੀ, ਭੌਂ ਜਾਂਦੀ ਹੈ। ਫਿਰ ਉਹਨਾਂ ਦੇ ਅੰਦਰ ਲੋਭ ਵਿਕਾਰ ਇਹ ਪੈਦਾ ਹੋ ਜਾਂਦਾ, ਪ੍ਰਬਲ ਹੋ ਜਾਂਦਾ, ਵੱਧ ਜਾਂਦਾ। ਵਾਹਿਗੁਰੂ 1,84 ਭਰਮ ਦੇ ਭਰਮ ਹੋਈ ਖੁਆਰ। ਫਿਰ ਮਹਾਰਾਜ ਦੇ ਉਹ ਜੀਵ ਹੈ ਜਿਹੜੇ ਉਹ ਫਿਰ 1,84 ਜੂਨਾਂ ਦੇ ਵਿੱਚ ਪੈਂਦੇ ਨੇ, ਭਟਕਣਾ ਵਿੱਚ ਪੈ ਕੇ ਮਹਾਰਾਜ ਦੇ ਖੁਆਰ ਹੁੰਦੇ ਨੇ, ਜੂਨਾਂ ਵਿੱਚ ਪੈ ਕੇ। ਸੰਗਤ ਜੀ ਜੂਨੀਆਂ ਦੇ ਵਿੱਚ ਪੈਣਾ ਇਹ ਦੁੱਖ ਹੀ ਹੈ ਨਾ, ਜੰਮਣਾ ਮਰਨਾ ਬਾਰ ਜੂਨਾਂ ਵਿੱਚ ਪੈਣਾ। ਵੇਖੋ ਕੁੱਤੇ ਦੀ ਜੂਨ ਪੈਣਾ, ਕੋਈ ਪਸ਼ੂ ਦੀ, ਤੇ ਇੱਕ ਮਨੁੱਖਾ ਜੀਵਨ ਤਾਂ ਉੱਤਮ ਜੀਵਨ ਹੈ। ਹੁਣ ਇਹਦੇ ਵਿੱਚ ਆਪਾਂ ਪਰਮਾਤਮਾ ਦਾ ਨਾਮ ਜੇ ਨਹੀਂ ਜਪਦੇ, ਪਰਮਾਤਮਾ ਨੇ ਐਡਾ ਮੋਲਕ ਜੀਵਨ ਇਹ ਦਿੱਤਾ, ਹੀਰਾ ਦਿੱਤਾ। ਮਹਾਰਾਜ ਕਦੇ ਇਸ ਜੀਵਨ ਨੂੰ ਰਤਨ ਕਹਿੰਦੇ ਆ, ਕਦੇ ਹੀਰਾ ਕਹਿੰਦੇ ਆ, ਕਦੇ ਮਾਣਕ ਕਹਿੰਦੇ ਆ। ਜਨਮ ਜਿਹੜਾ ਬਹੁਤ ਮਹਾਰਾਜ ਦੇ ਭਾਈ ਤੈਨੂੰ ਕੀਮਤੀ ਮਨੁੱਖਾ ਜਨਮ ਜਿਹੜਾ ਮਿਲਿਆ, ਤੇ ਇਹਦੇ ਵਿੱਚ ਜੇ ਤੂੰ ਨਾਮ ਨਹੀਂ ਜਪੇਗਾ ਤੇ ਫਿਰ ਤੈਨੂੰ 84 ਲੱਖ ਜੂਨਾਂ ਦਾ ਗੇੜ ਜਿਹੜਾ ਫਿਰ ਪੈ ਜਾਊਗਾ। ਸੰਗਤ ਜੀ ਕਿੰਨਾ ਦੁੱਖ ਹੈ 84 ਲੱਖ ਜੂਨਾਂ ਦੇ ਵਿੱਚ, ਕਿੰਨਾ ਸਮਾਂ ਲੱਗਦਾ ਹੈ। ਵਾਹਿਗੁਰੂ ਵਾਹਿਗੁਰੂ। ਇਹ ਮਨ ਸੋਚ ਕੇ ਸੰਗਤ ਜੀ ਮਨ ਬਹੁਤ ਫਿਰ ਇਹ ਲੱਗਦਾ ਵੀ ਪਰਮਾਤਮਾ ਸੱਚੇ ਪਾਤਸ਼ਾਹ ਇਸ ਜਨਮ ਦੇ ਵਿੱਚ ਪਾਉਣਾ ਤਾਂ ਬਹੁਤ ਜ਼ਰੂਰੀ ਹੈ। ਉਸ ਵਾਹਿਗੁਰੂ ਨੂੰ ਮਿਲਣਾ, ਉਹਨੂੰ ਹਿਰਦੇ ਵਿੱਚ ਪ੍ਰਗਟ ਕਰਨਾ ਬਹੁਤ ਜ਼ਰੂਰੀ ਹੈ ਜੀਵ ਦੇ ਵਾਸਤੇ। ਸੰਗਤ ਜੀ ਫਿਰ ਜੋ ਗੁਰੂ ਸਾਹਿਬ ਆਪਾਂ ਨੂੰ ਰਸਤਾ ਦੱਸ ਰਹੇ, ਉਸ ਰਸਤੇ 'ਤੇ ਆਪਾਂ ਚੱਲੀਏ, ਕੋਸ਼ਿਸ਼ ਕਰੀਏ, ਆਪਣੇ ਵੱਲੋਂ ਕੋਸ਼ਿਸ਼ ਕਰੀਏ। ਬਾਕੀ ਉਸ ਪਰਮਾਤਮਾ ਦੇ ਹੱਥ ਹੈ ਜੋ ਉਹਨੇ ਕਰਨਾ ਹੈ, ਪਰ ਇਸ ਰਸਤੇ 'ਤੇ ਚੱਲੀਏ ਤਾਂ ਸਹੀ ਨਾ। ਵਾਹਿਗੁਰੂ ਕੋਸ਼ਿਸ਼ ਕਰੀਏ, ਜ਼ਰੂਰ ਕੋਸ਼ਿਸ਼ ਕਰੀਏ। ਵਾਹਿਗੁਰੂ ਪੁਰਬ ਲਿਖਿਆ ਕਮਾਉਣਾ ਕੋਈ ਨਾ ਮੇਟਣਹਾਰ। ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫੇਰ ਦੱਸ ਰਹੇ ਨੇ ਸੰਗਤ ਜੀ ਵੀ ਜੀਵਾਂ ਦੇ ਵੱਸ ਕੁਛ ਨਹੀਂ, ਪੁਰਬਲੇ ਕੀਤੇ ਕਰਮਾਂ ਦੇ ਉੱਕਰੇ ਸੰਸਕਾਰ ਜਿਹੜੇ ਉਹ ਅਨੁਸਾਰ ਹੀ ਜੀਵ ਕਮਾਈ ਕਰਦਾ ਹੈ। ਜਿਹਦੇ ਚੰਗੇ ਕਰਮ ਕੀਤੇ ਨਾ ਉਹੀ ਪਰਮਾਤਮਾ ਵਾਲੇ ਪਾਸੇ ਲੱਗਦਾ। ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਵਾਹਿਗੁਰੂ ਜਿਹੜੇ ਪਿਛਲੇ ਕੀਤੇ ਕਰਮ ਉਹਦੇ ਅਨੁਸਾਰ ਹੀ ਜੀਵ, ਜੇ ਚੰਗੇ ਕੀਤੇ ਸੰਗਤ ਜੀ ਫੇਰ ਹੀ ਪਰਮਾਤਮਾ ਨਾਲ ਜੁੜਿਆ ਜਾਂਦਾ। ਤੇ ਮਹਾਰਾਜ ਜਿਹੜੇ ਪਿਛਲੇ ਕਰਮ ਫਿਰ ਉਹਨਾਂ ਨੂੰ ਕੋਈ ਮੇਟ ਵੀ ਨਹੀਂ ਸਕਦਾ। ਵਾਹਿਗੁਰੂ ਵਾਹਿਗੁਰੂ ਉਹ ਭੋਗਣੇ ਹੀ ਪੈਂਦੇ ਆ। ਪਰ ਅਰਦਾਸ ਕਰੀਏ ਉਸ ਪਰਮਾਤਮਾ ਦੇ ਅੱਗੇ, ਜੋਦੜੀ ਕਰੀਏ, ਬੇਨਤੀ ਕਰੀਏ। ਵਾਹਿਗੁਰੂ ਮਿਟ ਤਾਂ ਨਹੀਂ ਸਕਦੇ ਸੱਚੇ ਪਾਤਸ਼ਾਹ, ਪਰ ਜੇ ਤੁਹਾਡੀ ਕਿਰਪਾ ਹੋਵੇ ਵਾਹਿਗੁਰੂ ਤੁਸੀਂ ਘੱਟ ਕਰ ਸਕਦੇ ਹੋ, ਸਾਡੇ ਮਾੜੇ ਕਰਮਾਂ ਨੂੰ ਥੋੜ੍ਹੇ ਕਰ ਸਕਦੇ ਹੋ। ਸੂਲੀ ਤੋਂ ਸੂਲ ਬਣਾ ਸਕਦਾ ਮੇਰਾ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ। ਪਰ ਸੰਗਤ ਜੀ ਇਹਦੇ ਲਈ ਮਨ ਬਹੁਤ ਬਹੁਤ ਨੀਵਾਂ ਕਰਨਾ ਪੈਂਦਾ ਹੈ। ਸੱਚੇ ਪਾਤਸ਼ਾਹ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਈ। ਵਾਹਿਗੁਰੂ ਵਾਹਿਗੁਰੂ ਮਹਾਰਾਜ ਕਹਿੰਦੇ ਔਖੀ ਬਹੁਤ ਹੈ ਸੰਗਤ ਜੀ, ਇਹ ਰਸਤਾ ਔਖਾ ਬਹੁਤ ਹੈ, ਸਿਰ ਦੇਣਾ ਪੈਂਦਾ। ਸਿਰ ਦੇਣ ਦਾ ਕੀ ਮਤਲਬ ਸੰਗਤ ਜੀ, ਆਪਣੀ ਮੱਤ, ਆਪਣੀ ਹਉਮੈ, ਆਪਣੀਆਂ ਸਿਆਣਪਾਂ ਸਭ ਕੁਛ ਗੁਰੂ ਦੇ ਚਰਨਾਂ ਵਿੱਚ ਰੱਖਣੀਆਂ ਪੈਂਦੀਆਂ। ਜੋ ਗੁਰੂ ਕਹਿੰਦਾ ਨਾ ਉਹਨੂੰ ਸੱਤ ਸੱਤ ਕਰਕੇ ਮੰਨਣਾ ਪੈਂਦਾ, ਕੋਈ ਕਿੰਤੂ ਪਰੰਤੂ ਨਹੀਂ ਕਰਨਾ। ਇਸੇ ਕਰਕੇ ਔਖੀ ਹੈ ਨਾ ਸੰਗਤ ਜੀ ਸਤਿਗੁਰ ਕੀ ਸੇਵਾ ਗਾਖੜੀ। ਹੁਣ ਗੁਰੂ ਗ੍ਰੰਥ ਸਾਹਿਬ ਆਪਾਂ ਨੂੰ ਕਿੰਨੀਆਂ ਗੱਲਾਂ ਸਮਝਾਉਂਦੇ ਸੰਗਤ ਜੀ, ਕਿੰਨਾ ਦੱਸਦੇ ਆ। ਵਾਹਿਗੁਰੂ ਵਾਹਿਗੁਰੂ ਕਿ ਜੀਵ ਤੂੰ ਆਪਣੀਆਂ ਚਲਾਕੀਆਂ ਚਤਰਾਈਆਂ ਛੱਡ ਦੇ, ਹੈ ਨਾ, ਤੇ ਗੁਰੂ ਦੇ ਚਰਨਾਂ ਵਿੱਚ ਆਪਣਾ ਸਿਰ ਰੱਖਣ ਦਾ ਮੱਥਾ ਟੇਕਦੇ ਹਾਂ ਆਪਾਂ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ। ਇਹਦਾ ਕੀ ਮਕਸਦ ਹੈ, ਇਹ ਆਪਾਂ ਇਸ ਗੱਲ ਨੂੰ ਨਹੀਂ ਸਮਝ, ਜਿਹੜਾ ਮੱਥਾ ਟੇਕਣਾ ਮਤਲਬ ਕਿ ਆਪਦਾ
ਸਿਰ ਗੁਰੂ ਨੂੰ ਦੇਣਾ। ਸਿਰ ਕੀ ਜਿਹੜੀ ਮੱਤ ਬੁੱਧ ਸਿਰ ਦੇ ਵਿੱਚ ਹੈ ਸੰਗਤ ਜੀ, ਜੀਵ ਦੇ ਜਿਹੜਾ ਉਹਦੀ ਹਉਮੈ ਹੰਕਾਰ ਹੈ, ਉਹ ਸਭ ਕੁਝ ਗੁਰੂ ਦੇ ਚਰਨਾਂ ਵਿੱਚ ਰੱਖ ਦੇਣਾ। ਭਾਵ ਹਉਮੈ ਹੰਕਾਰ ਆਪਣੇ ਆਪ ਨੂੰ ਬਿਲਕੁਲ ਇੱਕ ਧੂੜ ਮਿੱਟੀ ਸੰਗਤ ਜੀ, ਧੂੜ ਕਿਉਂ ਕਿਹਾ ਜਾਂਦਾ? ਚਰਨ ਧੂੜ ਹਰ ਸ਼ਬਦ ਵਿੱਚ ਬਹੁਤ ਆਉਂਦਾ, ਬਾਣੀ 'ਚ ਵੀ ਚਰਨ ਧੂੜ ਬਖਸ਼ੋ ਸਾਨੂੰ। ਧੂੜ ਮਿੱਟੀ ਕਿਉਂਕਿ ਮਿੱਟੀ ਆਪਣੇ ਹਮੇਸ਼ਾ ਪੈਰਾਂ ਥੱਲੇ ਹੈ। ਤੇ ਜੀਵ ਨੂੰ ਕਿਹਾ ਵੀ ਤੂੰ ਇਸ ਤਰ੍ਹਾਂ ਇੰਨਾ ਨੀਵਾਂ ਹੋ ਜਾ, ਚਰਨ ਧੂੜ ਬਣ ਜਾ, ਭਾਵ ਕਿ ਮਿੱਟੀ ਵਾਂਗੂ ਜਿਵੇਂ ਪੈਰਾਂ ਦੇ ਥੱਲੇ ਰਹਿੰਦੀ ਹੈ ਨਾ। ਰੀਡਾ ਖਾਕ ਨਾ ਨਿੰਦੀਏ ਖਾਕ ਜੇੜ, ਨਾ ਕੋਈ ਜੀਵਦਿਆਂ ਪੈਰਾਂ ਥੱਲੇ ਮੋਇਆਂ ਉੱਪਰ ਹੋਏ। ਮਿੱਟੀ ਦੇ ਵਿੱਚ ਵੀ ਇਹ ਗੁਣ ਹੈ ਕਿ ਜੀਵ ਜਦੋਂ ਮਰਦਾ ਸੰਗਤ ਜੀ, ਉਹਨੂੰ ਉੱਪਰੋਂ ਢੱਕ ਲੈਂਦੀ ਹੈ, ਉੱਪਰ ਮਿੱਟੀ ਉਹਦੇ ਪੈ ਜਾਂਦੀ ਹੈ। ਜੋ ਕਬਰਾਂ 'ਚ ਪਹਿਲਾਂ ਫਰੀਦ ਸਾਹਿਬ ਮੁਸਲਮਾਨ ਸਨ ਨਾ, ਵੀ ਉਹ ਜਦੋਂ ਕਬਰ 'ਚ ਨੱਪਦੇ ਮਿੱਟੀ ਉੱਪਰ ਪਾਉਂਦੇ ਸੀ, ਵੀ ਫਿਰ ਵੀ ਉਹਦੀ ਮੁਰਦਾ ਲਾਸ਼ ਨੂੰ ਢੱਕ ਲੈਂਦੀ ਹੈ ਮਿੱਟੀ 'ਚ। ਕਿੱਡਾ ਸਾਰੀ ਜ਼ਿੰਦਗੀ ਉਹ ਪੈਰਾਂ ਦੇ ਥੱਲੇ ਰਹਿੰਦੀ ਹੈ, ਫਿਰ ਉਹ ਉੱਪਰ ਆ ਜਾਂਦੀ। ਉਹਦੇ 'ਚ ਬਹੁਤ ਵੱਡਾ ਵੀ ਨਿੰਦਣਾ ਤਾਂ ਮਿੱਟੀ ਨੂੰ ਵੀ ਨਹੀਂ ਚਾਹੀਦਾ, ਫਰੀਦ ਸਾਹਿਬ ਕਹਿੰਦੇ ਆ। ਇਸੇ ਤਰ੍ਹਾਂ ਮਹਾਰਾਜ ਕਹਿੰਦੇ, ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੇ ਆਪ ਗਵਾਏ। ਆਪਣਾ ਸਿਰ ਦੇਣਾ ਪੈਂਦਾ ਹੈ ਸੰਗਤ ਜੀ। ਵਾਹਿਗੁਰੂ ਆਪਣੀ ਮੱਤ ਬੁੱਧ ਸਭ ਕੁਛ ਪਰਮਾਤਮਾ ਦੇ ਚਰਨਾਂ ਵਿੱਚ, ਆਪਣੀ ਅਕਲ ਨਹੀਂ ਵਰਤਣੀ। ਜੋ ਗੁਰੂ ਕਹਿੰਦਾ ਨਾ, ਜੋ ਗੁਰੂ ਦੀ ਆਪਾਂ ਨੂੰ ਬਾਣੀ ਕਹਿੰਦੀ ਹੈ, ਸਮਝਾਉਂਦੀ ਹੈ, ਉਹ ਸੱਤ ਸੱਤ ਕਰਕੇ ਮੰਨਣਾ ਹੈ। ਜੋ ਕਰਦਾ ਪਰਮਾਤਮਾ ਕਰਦਾ, ਜੋ ਵੇਖਦਾ ਉਹੀ ਵੇਖਦਾ, ਜੋ ਕਰ ਰਿਹਾ, ਜੋ ਆਉਣ ਵਾਲਾ ਸਮਾਂ ਉਹ ਵੀ ਉਹ ਪਰਮਾਤਮਾ ਨੇ ਹੀ ਕਰਨਾ, ਉਹ ਹੀ ਕਰਦਾ ਹੈ। ਜੀਵ ਦੇ ਵਿੱਚ ਕਦੇ ਮੈਂ ਮੇਰੀ ਨਾ ਆਵੇ, ਉਹਨੂੰ ਇਸ ਗੱਲ ਦਾ ਮਾਣ ਨਾ ਹੋਵੇ ਕਿ ਆ ਮੈਂ ਕੀਤਾ। ਵਾਹਿਗੁਰੂ ਮੈਂ ਤਾਂ ਮੁਕਾ ਹੀ ਦੇਣੀ ਹੈ ਸੰਗਤ ਜੀ। ਤੂੰ 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 ਕਰਤਾ, ਤੂੰ ਹੁਆ ਮੁਝ ਮੇ ਰਹਾ ਨਾ ਹੂੰ, ਆਪਾ ਕਰਤਾ ਮਿਟ ਗਿਆ, ਜਾਤ ਦੇਖਾਂ ਤਤ ਤੂੰ। ਬਸ ਤੂੰ ਹੀ ਤੂੰ ਕਰਨਾ ਹੈ। ਵਾਹਿਗੁਰੂ ਮੈਂ ਤਾਂ ਬਿਲਕੁਲ ਹੀ ਜ਼ਿੰਦਗੀ 'ਚੋਂ ਖਤਮ ਹੀ ਕਰ ਦੇਣੀ। ਵਾਹਿਗੁਰੂ ਸ਼ਬਦ ਮਿਲੇ ਤਾਂ ਹਰ ਮਿਲੇ, ਸੇਵਾ ਪਵੇ ਸਭ ਥਾਏ। ਮਹਾਰਾਜ ਜਦੋਂ ਕੋਈ ਵੀ ਜੀਵ ਗੁਰੂ ਦੇ ਸ਼ਬਦ ਵਿੱਚ ਜੁੜਦੇ ਆ ਤਾਂ ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਤੇ ਉਹਨਾਂ ਦੀ ਸੇਵਾ ਜਿਹੜੀ ਉਹ ਕਬੂਲ ਹੋ ਜਾਂਦੀ। ਵਾਹਿਗੁਰੂ ਸ਼ਬਦ ਮਿਲੇ ਤਾਂ ਹਰ ਮਿਲੇ, ਸੇਵਾ ਪਵੇ ਸਭ ਥਾਏ। ਫਿਰ ਉਹਦੀ ਸੇਵਾ ਕਬੂਲ ਹੁੰਦੀ। ਮਹਾਰਾਜ ਕਹਿੰਦੇ ਜਦੋਂ ਉਹਦਾ ਮਨ ਸ਼ਬਦ ਦੇ ਵਿੱਚ ਜੁੜਦਾ ਤਾਂ ਫਿਰ ਉਹਦਾ ਪਰਮਾਤਮਾ ਨਾਲ ਮੇਲ ਹੁੰਦਾ, ਫਿਰ ਉਹਦੀ ਜਿਹੜੀ ਭਗਤੀ ਕੀਤੀ, ਸੇਵਾ ਕੀਤੀ, ਸਿਮਰਨ ਕੀਤਾ, ਉਹ ਸਫਲ ਹੁੰਦਾ ਹੈ। ਪਾਰਸ ਪਰਸਿਆ ਪਾਰਸ ਹੋਏ, ਜੋਤੀ ਜੋਤ ਸਮਾਏ। ਵਾਹਿਗੁਰੂ ਮਹਾਰਾਜ ਦੇ ਪਾਰਸ ਪਰਸਿਆ ਪਾਰਸ ਹੋਏ। ਪਾਰਸ ਕੌਣ ਹੈ? ਗੁਰੂ। ਉਹਨੂੰ ਮਿਲਿਆ ਪਾਰਸ ਹੋ ਜਾਈਦਾ। ਵਾਹਿਗੁਰੂ ਵਾਹਿਗੁਰੂ ਗੁਰੂ ਇੱਕ ਪਾਰਸ ਦੀ ਵੱਟੀ ਹੈ ਸੰਗਤ ਜੀ। ਉਸ ਪਾਰਸ ਨੂੰ ਮਿਲਿਆ ਤੇ ਪਾਰਸੀ ਹੋ ਜਾਈਦਾ ਹੈ। ਤੇ ਗੁਰੂ ਦੀ ਸਹਾਇਤਾ ਨਾਲ ਪਰਮਾਤਮਾ ਦੀ ਜੋਤ ਵਿੱਚ ਮਨੁੱਖ ਦੀ ਜੋਤ ਹੈ ਜਿਹੜੀ ਉਹ ਮਿਲ ਜਾਂਦੀ ਹੈ। ਵਾਹਿਗੁਰੂ ਪਾਰਸ ਮਿਲਿਆ, ਪਾਰਸ ਪਰਸਿਆ ਪਾਰਸ ਹੋਏ, ਜੋਤੀ ਜੋਤ ਸਮਾਏ। ਵਾਹਿਗੁਰੂ ਵਾਹਿਗੁਰੂ ਮਹਾਰਾਜ ਦੇ ਤੂੰ ਜੇ ਗੁਰੂ ਦੀ ਗੱਲ ਮੰਨੇਗਾ ਨਾ, ਗੁਰੂ ਦੇ ਸਿੱਖਿਆ ਦੇ ਅਨੁਸਾਰ ਚੱਲੇਗਾ, ਉਸ ਪਰਮਾਤਮਾ ਦਾ ਨਾਮ ਸਿਮਰੇਗਾ ਤਾਂ ਮਹਾਰਾਜ ਦੇ ਤੂੰ ਵੀ ਗੁਰੂ ਵਰਗਾ ਹੀ ਬਣ ਜਾਏਗਾ। ਵਾਹਿਗੁਰੂ 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 ਵੇਖੋ ਸੰਗਤ ਜੀ, ਮਹਾਰਾਜ ਕਿੱਡਾ ਵੱਡੀ ਜੀਵ ਨੂੰ ਇਹ ਬਖਸ਼ਿਸ਼ ਕਰ ਰਹੇ ਨੇ। ਜੋ ਪਰਮਾਤਮਾ ਦਾ ਨਾਮ ਜਪਦੇ ਨੇ ਨਾ, ਗੁਰੂ ਦੇ ਸ਼ਬਦ ਤੇ ਚੱਲਦੇ ਨੇ, ਗੁਰੂ ਵਰਗੇ ਹੋ ਜਾਂਦੇ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਾ, ਭੇਦ ਨਾ ਜਾਣੋ ਮੂਲ ਸਾਈ ਜੇ ਹੈ। ਉਸ ਪਰਮਾਤਮਾ ਵਰਗੇ ਹੋ ਜਾਂਦੇ ਨੇ ਜੋ ਉਸ ਪਰਮਾਤਮਾ ਦੇ ਵਿੱਚ ਮਿਲ ਜਾਂਦੇ ਨੇ। ਵਾਹਿਗੁਰੂ ਵਾਹਿਗੁਰੂ ਉਹ ਪਾਰਸ ਹੈ। ਪਾਰਸ ਦੇ ਨਾਲ ਮਿਲਿਆ ਜਿਵੇਂ ਚੀਜ਼ ਪਾਰਸ ਹੋ ਜਾਂਦੀ, ਸੋਨਾ ਹੋ ਜਾਂਦੀ ਹੈ, ਕੰਚਨ ਹੋ ਜਾਂਦੀ ਹੈ ਸੰਗਤ ਜੀ। ਤੇ ਉਹ ਪਰਮਾਤਮਾ ਦੀ ਜੋਤ ਦੇ ਵਿੱਚੋਂ ਹੀ ਆਪਾਂ ਆਏ ਹਾਂ ਤੇ ਉਹਦੇ ਵਿੱਚ ਹੀ ਸਮਾ ਜਾਵਾਂਗੇ। ਵਾਹਿਗੁਰੂ ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ। ਮਹਾਰਾਜ ਕਹਿੰਦੇ ਭਾਈ ਗੁਰੂ ਵੀ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਭਾਗਾਂ ਵਿੱਚੋਂ ਧੁਰੋਂ ਬਖਸ਼ਿਸ਼ ਦਾ ਲੇਖ ਲਿਖਿਆ ਹੁੰਦਾ, ਧੁਰੋਂ ਲਿਖਿਆ ਹੁੰਦਾ। ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਤੁਸੀਂ ਲਿਖਣਾ ਨਾ ਦਾਤਾ, ਤੁਸੀਂ ਲਿਖ ਦਿਓ ਸਾਡੇ ਕਰਮਾਂ ਵਿੱਚ ਸੱਚੇ ਪਾਤਸ਼ਾਹ। ਵਾਹਿਗੁਰੂ ਵਾਹਿਗੁਰੂ ਹੇ ਦਾਤਾ ਮਨ ਤਾਂ ਬਹੁਤ ਲੋਚਦਾ ਹੈ ਸੱਚੇ ਪਾਤਸ਼ਾਹ,
ਵਾਹਿਗੁਰੂ ਲਿਖ ਦਿਓ ਧੁਰ ਕਰਮਾਂ 'ਚ ਵੀ ਤੁਸੀਂ ਲਿਖਣ ਵਾਲੇ, ਇੱਥੇ ਵੀ ਤੁਸੀਂ ਲਿਖਣਾ, ਉੱਥੇ ਵੀ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਮਨ ਭੁੱਖਾ ਭੁੱਖਾ ਮਤ ਕਰੇ, ਮਤ ਤੂੰ ਕਰੇ ਪੁਕਾਰ। ਵਾਹਿਗੁਰੂ ਮਹਾਰਾਜ ਕਹਿੰਦੇ ਮੇਰੇ ਮਨਾ ਹਰ ਵੇਲੇ ਤ੍ਰਿਸ਼ਨਾ ਦੇ ਅਧੀਨ ਨਾ ਟਿਕਿਆ ਰਹਿ, ਗਿਲੇ ਗੁਜ਼ਾਰੇ ਨਾ ਕਰਿਆ ਕਰ ਪਰਮਾਤਮਾ ਦੇ ਨਾਲ। ਭੁੱਖਾ ਭੁੱਖਾ ਹਰ ਵੇਲੇ ਭੁੱਖ ਭੁੱਖ ਨਾ ਕਰਿਆ ਕਰ। ਵਾਹਿਗੁਰੂ ਵਾਹਿਗੁਰੂ ਇਹ ਮਨ ਤਾਂ ਕਦੇ ਰੱਜਦਾ ਹੀ ਨਹੀਂ ਸੰਗਤ ਜੀ, ਹਰ ਵੇਲੇ। ਪਰ ਇਹਨੂੰ ਭੁੱਖ ਕਾਹਦੀ ਲੱਗਣੀ ਚਾਹੀਦੀ ਹੈ? ਪਰਮਾਤਮਾ ਦੇ ਨਾਮ ਦੀ ਭੁੱਖ ਲੱਗਣੀ ਚਾਹੀਦੀ ਹੈ, ਫਿਰ ਇਹ ਸਫਲ ਹੋ ਸਕਦਾ ਹੈ। ਪਰ ਇਹਨੂੰ ਤਾਂ ਮਾਇਆ ਦੀ ਭੁੱਖ ਲੱਗਦੀ ਹੈ। ਵਾਹਿਗੁਰੂ ਮਹਾਰਾਜ ਕਹਿੰਦੇ ਮਨ ਭੁੱਖਾ ਭੁੱਖਾ ਮਤ ਕਰੇ, ਮਤ ਤੂੰ ਕਰੇ ਪੁਕਾਰ। ਗੁਰੂ ਨਾਲ ਗਿਲਵੇ ਸ਼ਿਕਵੇ ਨਾ ਕਰਿਆ ਕਰ ਕਿ ਮੈਨੂੰ ਆ ਨਹੀਂ ਦਿੱਤਾ, ਮੈਨੂੰ ਆ ਨਹੀਂ ਦਿੱਤਾ। ਵਾਹਿਗੁਰੂ 184 ਜਨ ਸ੍ਰੀ ਸਭ ਸੇ ਦੇ ਆਧਾਰ। ਵਾਹਿਗੁਰੂ ਵਾਹਿਗੁਰੂ ਕਹਿੰਦੇ ਆਪਣੇ ਮਨ ਨੂੰ ਸਮਝਾ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ। ਸੰਗਤ ਜੀ ਆਪਾਂ ਆਪਣੇ ਮਨ ਨੂੰ ਇਹ ਕਹਿਣਾ ਵੀ ਜਿਹੜਾ 84 ਲੱਖ ਜੂਨਾਂ ਨੂੰ ਸਭ ਕੁਝ ਦੇ ਰਿਹਾ ਪਰਮਾਤਮਾ, ਰੋਟੀ ਪਾਣੀ ਸਭ ਕੁਝ ਉਹਨਾਂ ਨੂੰ ਆਹਾਰ ਦੇ ਰਿਹਾ, ਉਹਨਾਂ ਦਾ ਜੀਵਨ ਦਾ। ਜਿੱਥੇ ਵੀ ਕਿਤੇ ਕੋਈ ਜੀਵ ਹੈ ਨਾ ਸੰਗਤ ਜੀ, ਜੇ ਪੱਥਰ ਦੇ ਵਿੱਚ ਕੀੜਾ ਵੀ ਬੈਠਾ ਨਾ ਉਹਨੇ ਪੈਦਾ ਕੀਤਾ ਤੇ ਉਹ ਪੱਥਰ ਦੇ ਵਿੱਚ ਵੀ ਉਹਨੂੰ ਵੇਖੋ ਢਿੱਡ ਭਰਨ ਲਈ ਉਹ ਕੀੜਾ ਜਿਉਂਦਾ ਰਹਿੰਦਾ, ਆਪਦੀ ਉਮਰ ਭੋਗ ਕੇ ਮਰਦਾ ਜਿੰਨੀ ਉਹ ਪਰਮਾਤਮਾ ਵੱਲੋਂ ਬਖਸ਼ੀ ਹੁੰਦੀ ਹੈ। ਤੇ ਉਹ ਪੱਥਰ ਦੇ ਵਿੱਚ ਹੀ ਸੰਗਤ ਜੀ, ਉੱਥੇ ਨਾ ਹਵਾ ਪਹੁੰਚਦੀ ਹੈ, ਨਾ ਕੋਈ ਅੰਨ ਪਾਣੀ ਪਹੁੰਚਦਾ ਉਹਦੇ ਖਾਣ ਲਈ, ਕੋਈ ਖੁਰਾਕ ਵੇਖੋ, ਤੇ ਫਿਰ ਵੀ ਉਹ ਜਿਉਂਦਾ ਰਹਿੰਦਾ ਹੈ। ਵਾਹਿਗੁਰੂ ਵਾਹਿਗੁਰੂ ਆਪਾਂ ਮਨ ਨੂੰ ਸਮਝਾਈਏ, ਮਨਾ ਜਿਹੜਾ 84 ਲੱਖ ਜੂਨਾਂ ਨੂੰ ਦੇ ਰਿਹਾ ਹੈ ਤੇ ਤੈਨੂੰ ਕਿਉਂ ਨਾ ਦੇਊਗਾ? ਤੂੰ ਕਿਉਂ ਭੁੱਖ ਲਾਈ ਹੈ? ਕਿਉਂ ਤੂੰ ਇੰਨੀਆਂ ਭੁੱਖ ਦਿਖਾ ਰਿਹਾ? ਤੂੰ ਗਿਲੇ ਸ਼ਿਕਵੇ ਕਰ ਰਿਹਾ ਉਸ ਪਰਮਾਤਮਾ ਨੇ ਕਿ ਮੈਨੂੰ ਆਹ ਨਹੀਂ ਦਿੱਤਾ, ਵਾਹਿਗੁਰੂ ਮੈਨੂੰ ਆਹ ਨਹੀਂ ਦਿੱਤਾ। ਜਦੋਂ ਸਾਰਿਆਂ ਨੂੰ 184 ਜਨ ਸ੍ਰੀ ਜਿਹਨੇ ਉਪਾਈ ਹੈ, ਸਿਰਜੀ ਹੈ ਸਾਰੀ ਸ੍ਰਿਸ਼ਟੀ, ਸਭ ਸੇ ਦੇ ਆਧਾਰ, ਉਹ ਸਾਰਿਆਂ ਨੂੰ ਦੇ ਰਿਹਾ। ਵਾਹਿਗੁਰੂ ਨਿਰਭਉ ਸਦਾ ਦਿਆਲ ਹੈ, ਸਭਨਾ ਕਰਦਾ ਸਾਰ। ਬੜਾ ਦਿਆਲ ਹੈ ਮੇਰਾ ਦਾਤਾ ਵਾਹਿਗੁਰੂ, ਸਾਰੇ ਜੀਵਾਂ ਦੀ ਸੰਭਾਲ ਕਰਦਾ। ਮਨਾ ਕਿਤੇ ਮਤ ਭੁੱਲ ਤੂੰ ਇਹ ਗੱਲ। ਵਾਹਿਗੁਰੂ ਵਾਹਿਗੁਰੂ ਨਾਨਕ ਗੁਰਮੁਖ ਬੂਝੀਐ, ਪਾਈਐ ਮੋਖ ਦੁਆਰ। ਮਹਾਰਾਜ ਦੇ ਫਿਰ ਇਹ ਗੱਲ ਦੀ ਸਮਝ ਕਿੱਥੋਂ ਆਊਗੀ? ਗੁਰੂ ਦੀ ਸ਼ਰਨ ਪਿਆ। ਗੁਰਮੁਖ ਨਾਨਕ ਗੁਰਮੁਖ ਬੂਝੀਐ, ਇਹ ਸਾਰੀਆਂ ਗੱਲਾਂ ਦੀ ਸਮਝ ਸੰਗਤ ਜੀ ਕਿੱਥੋਂ ਆਉਂਦੀ? ਹੁਣ ਆਪਾਂ ਬਾਣੀ ਪੜ੍ਹ ਰਹੇ ਨਾ ਤੇ ਗੁਰੂ ਸਾਹਿਬ ਆਪਾਂ ਨੂੰ ਦੱਸ ਰਹੇ ਨੇ ਤੇ ਆਪਾਂ ਨੂੰ ਹੁਣ ਸਮਝ ਆ ਰਹੀ ਨਾ ਵੀ ਮਨ ਹੈ ਜਿਹੜਾ ਕਦੇ ਰੱਜਦਾ ਨਹੀਂ, ਭੁੱਖ ਕਰਦਾ ਹੈ। ਤੇ ਮਨ ਨੂੰ ਸਮਝਾਉਣਾ ਹੈ ਵੀ ਮਨਾ ਜਿਹੜੀ ਸਾਰੀ ਸ੍ਰਿਸ਼ਟੀ ਸਾਜੀ ਉਹ ਜੀਵਾਂ ਨੂੰ ਉਧਾਰ ਦੇ ਰਿਹਾ ਤੇ ਤੈਨੂੰ ਕਿਉਂ ਨਾ ਦੇਊਗਾ? ਤੂੰ ਭੁੱਖ ਕਿਉਂ ਕਰ ਰਿਹਾ? ਵਾਹਿਗੁਰੂ ਵਾਹਿਗੁਰੂ ਮਨ ਹੀ ਰੱਜਦਾ ਨਹੀਂ, ਮਨ ਦੀ ਇਹ ਮੱਤ ਹੈ ਸੰਗਤ ਜੀ। ਮਨ ਹੋਰ ਮੰਗੀ ਜਾਂਦਾ। ਕਦੋਂ ਰੱਜਦਾ ਹੈ? ਜਦੋਂ ਇਹਨੂੰ ਸਮਝ ਆ ਜਾਂਦੀ ਹੈ, ਜਦੋਂ ਇਹ ਗੁਰੂ ਦੀ ਸ਼ਰਨ ਵਿੱਚ ਪੈਂਦਾ, ਗੁਰੂ ਦੀ ਬਾਣੀ ਪੜ੍ਹਦਾ, ਗੁਰੂ ਦੀ ਬਾਣੀ ਦੀ ਵਿਚਾਰ ਕਰਦਾ, ਇਹਨੂੰ ਸਮਝ ਆ ਜਾਂਦੀ ਹੈ। ਨਾਨਕ ਗੁਰਮੁਖ ਬੂਝੀਏ, ਪਾਈਏ ਮੋਖ ਦੁਆਰ। ਗੁਰੂ ਦੀ ਸ਼ਰਨ ਪੈ ਸਮਝ ਆਉਂਦੀ ਹੈ, ਮਾਇਆ ਦੇ ਬੰਧਨਾਂ ਤੋਂ ਜਿਹੜੀ ਖਲਾਸੀ ਦਾ ਰਾਹ ਲੱਭ ਜਾਂਦਾ ਜੀਵ ਨੂੰ। ਮੋਖ ਦੁਆਰ, ਮੁਕਤੀ ਦਾ ਦੁਆਰ, ਉਹ ਕੀ ਹੈ? ਪਰਮਾਤਮਾ ਦਾ ਦਰ। ਉੱਥੇ ਪਹੁੰਚਣਾ ਹੈ ਸੰਗਤ ਜੀ। ਉੱਥੇ ਫਿਰ ਕਿਵੇਂ ਪਹੁੰਚਿਆ ਜਾਂਦਾ? ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਮਨ ਨੂੰ ਸਮਝ ਆ ਜਾਂਦੀ ਹੈ। ਵੇਖੋ ਸੰਗਤ ਜੀ, ਜੋ ਬਾਣੀ ਦੇ ਵਿੱਚ ਮਹਾਰਾਜ ਨੇ ਗੱਲਾਂ ਕਹੀਆਂ ਨਾ, ਵੇਖੋ ਵਾਹਿਗੁਰੂ ਵਾਹਿਗੁਰੂ ਸ਼ਬਦ ਥੋੜ੍ਹਾ ਜਿਹਾ ਲੰਮਾ ਸੰਗਤ ਜੀ। ਸੱਚੇ ਪਾਤਸ਼ਾਹ ਪਤਾ ਹੀ ਨਹੀਂ ਲੱਗਦਾ 32 ਮਿੰਟ ਹੋ ਗਏ ਸੰਗਤ ਜੀ। ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ। ਹਾਂਜੀ ਸੰਗਤ ਜੀ, ਇੰਨੀ ਕੁ ਸੇਵਾ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਸੇ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੀ ਬਾਣੀ ਸਰਬੱਤ ਦਾ ਭਲਾ। ਤੇਰੀ ਬਾਤੇ ਅਪਰ ਨ ਤੇਰੀ ਬਾਤੇ।